Hello everyone. So welcome to our YouTube channel Chandigarh Competitive Classes. So as usual ਆਪਾਂ English grammar ਦੇ regarding discuss ਕਰਦੇ ਹਾਂ. ਸੋ ਅੱਜ ਦਾ ਜਿਹੜਾ ਟੌਪਿਕ ਹੈ ਬੜਾ ਹੀ ਇੰਪੋਰਟੈਂਟ ਹੈ। ਇਹਦੇ ਵਿੱਚ ਕਾਫੀ ਕਨਫਿਊਜ਼ਨਸ ਰਹਿੰਦੀਆਂ ਨੇ ਬੱਚਿਆਂ ਨੂੰ, ਠੀਕ ਹੈ। ਤਾਂ ਅੱਜ ਆਪਾਂ ਗੱਲ ਕਰਾਂਗੇ ਜੀ ਮੋਡਲਸ ਦੀ। ਕਈ ਬੱਚੇ ਇਹਨਾਂ ਨੂੰ ਪ੍ਰੋਨਾਉਂਸ ਕਰਦੇ ਨੇ ਜੀ ਮੋਡਲਸ। ਮੋਡਲਸ ਦੇ ਵਿੱਚ ਕੀ ਹੁੰਦਾ ਜੀ, MODELS ਹੁੰਦਾ। ਇੱਥੇ DA ਹੈ ਜੀ, ਤਾਂ ਇਹ ਮਤਲਬ ਮੋਡਲਸ, ਠੀਕ ਹੈ। ਮੋਡਲਸ ਕੀ ਨੇ, ਇਹ ਵੀ ਇੱਕ ਕਾइंड ऑफ ਹੈਲਪਿੰਗ ਵਰਬਸ ਹੀ ਨੇ। ਹੈਲਪਿੰਗ ਵਰਬਸ ਕੀ ਨੇ ਜੀ, ਦੋ ਟਾਈਪਸ ਦੀਆਂ ਹੁੰਦੀਆਂ ਨੇ। ਇੱਕ ਤਾਂ ਹੁੰਦੀ ਹੈ ਜੀ ਪ੍ਰਾਇਮਰੀ ਹੈਲਪਿੰਗ ਵਰਬ, ਤੇ ਸੈਕੰਡ ਆ ਜਾਂਦੀ ਹੈ ਜੀ ਮੋਡਲਸ ਹੈਲਪਿੰਗ ਵਰਬ। ਹੈਲਪਿੰਗ ਵਰਬ ਨੂੰ ਆਪਾਂ ਆਕਸੀਲਰੀ ਹੈਲਪ ਜਿਹੜਾ ਹੈਗਾ ਆਕਸੀਲਰੀ ਵਰਬਸ ਵੀ ਕਹਿ ਦਿੰਦੇ ਆ, ਵਿਚ ਆਰ ਯੂਜ਼ਡ ਐਜ਼ ਹੈਲਪਿੰਗ ਵਰਬਸ ਇਨ ਦ ਸੈਂਟੈਂਸ, ਠੀਕ ਹੈ। ਸਬਜੈਕਟ ਦੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰਦੇ ਆ। ਜਿਹੜੇ ਮੋਡਲਸ ਹੁੰਦੇ ਨੇ ਇਹਨਾਂ ਦੀ ਇੱਕ ਖਾਸ ਗੱਲ ਹੈ ਕਿ ਟੈਂਸ ਦੇ ਵਿੱਚ ਯੂਜ਼ ਨਹੀਂ ਹੁੰਦੇ, ਤੇ ਜ਼ਿਆਦਾਤਰ ਇਹਨਾਂ ਨਾਲ ਕੀ ਹੈ ਜੀ ਫਰਸਟ ਫਾਰਮ ਹੀ ਲੱਗਦੀ ਹੈ ਵਰਬ ਦੀ। ਇਹ ਚੀਜ਼ ਦਾ ਧਿਆਨ ਰੱਖੋ। ਦੋ ਮੇਨ ਪੁਆਇੰਟ ਨੇ ਇਹਦੇ ਮੋਡਲਸ ਦੇ। ਜਿਹੜੀ ਪ੍ਰਾਇਮਰੀ ਹੈਲਪਿੰਗ ਵਰਬਸ ਨੇ ਉਹਨਾਂ ਦੇ ਵਿੱਚ ਕੀ ਆ ਜਾਂਦੇ ਨੇ ਜੀ, ਇਜ਼, ਐਮ, ਆਰ, was, were, has, have, had, ਠੀਕ ਹੈ। ਇਹ ਸਾਰੇ ਕੀ ਨੇ ਜੀ, ਡੂ, ਡਜ਼ ਹੋ ਗਿਆ, ਇਹ ਸਾਰੇ ਕੀ ਨੇ ਪ੍ਰਾਇਮਰੀ ਹੈਲਪਿੰਗ ਵਰਬਸ ਨੇ। ਇਹ ਵਰਬ ਦੇ ਲੈਕਚਰ ਦੇ ਵਿੱਚ ਕਵਰ ਅਪ ਹੋਏ ਸੀਗੇ। ਤਾਂ ਇਹ ਜਿਹੜੇ ਮੋਡਲਸ ਨੇ, ਜਿਹੜੇ ਡੇਲੀ ਬੇਸਿਸ ਤੇ ਆਪਾਂ ਕੁਝ ਕਾਮਨ ਮੋਡਲਸ ਜਿਹੜੇ ਹੈਗੇ ਨੇ 10 to 11 ਮੋਡਲਸ, ਉਹ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ, ਕੀ ਉਹਨਾਂ ਦੀ ਕੰਡੀਸ਼ਨਸ, ਕੀ ਉਹਨਾਂ ਦੀ ਸਿਚੁਏਸ਼ਨ ਸੈਂਟੈਂਸ ਦੇ ਵਿੱਚ ਰਹਿੰਦੀਆਂ ਨੇ, ਕਿ ਕਿਸ ਜਗ੍ਹਾ ਤੇ ਕਿਵੇਂ ਯੂਜ਼ ਕਰਨਾ ਹੈਗਾ। ਜਿਵੇਂ ਕਿ ਮੈਂ ਇਹਦੇ ਵਿੱਚ ਖਾਸ ਪੁਆਇੰਟ ਤੁਹਾਨੂੰ ਦੱਸ ਦੇਣਾ ਸਟਾਰਟਿੰਗ ਦੇ ਵਿੱਚ, ਕਿ ਇੱਕ ਪੋਸੀਬਿਲਿਟੀ ਦੀ ਸਿਚੁਏਸ਼ਨ ਬਣ ਜਾਂਦੀ ਹੈ, ਤਾਂ ਪੋਸੀਬਿਲਿਟੀ ਵਾਸਤੇ 3-4 ਤਰ੍ਹਾਂ ਦੇ ਮੋਡਲਸ ਯੂਜ਼ ਹੁੰਦੇ ਨੇ। ਤਾਂ ਉਹ ਆਪਾਂ ਅੱਗੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਠੀਕ ਹੈ। ਸੋ ਬਣੇ ਇਸ ਵੀਡੀਓ ਦੇ ਨਾਲ ਸਟਾਰਟ ਕਰਦੇ ਹਾਂ ਆਪਾਂ ਮੋਡਲਸ ਐਕਚੁਅਲ ਦੇ ਵਿੱਚ ਕੀ ਨੇ ਜੀ, ਇਹ ਕਾਦੇ ਲਈ ਯੂਜ਼ ਹੁੰਦੇ ਨੇ, ਇਹਨਾਂ ਨੂੰ ਆਪਾਂ ਕੁਝ ਐਕਸਪ੍ਰੈਸ ਕਰਨ ਲਈ ਯੂਜ਼ ਕਰਦੇ ਹਾਂ, ਜ਼ਾਹਿਰ ਕਰਨ ਲਈ ਯੂਜ਼ ਕਰਦੇ ਹਾਂ। ਕੀ ਜ਼ਾਹਿਰ ਕਰਦੇ ਹਾਂ ਆਪਾਂ, ਕੋਈ ਐਬਿਲਿਟੀ, ਕੋਈ ਸ਼ਮਤਾ ਹੋ ਗਈ, ਪਰਮਿਸ਼ਨ ਹੋ ਗਈ, ਰਿਕੁਐਸਟ ਹੋ ਗਈ, ਪੋਸੀਬਿਲਿਟੀ ਨਾ ਭੁੱਲਿਓ। ਮੈਂ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਆਪਾਂ ਪੋਸੀਬਿਲਿਟੀ ਦੇ ਲਈ ਅਲੱਗ-ਅਲੱਗ ਮੋਡਲਸ ਯੂਜ਼ ਕਰ ਸਕਦੇ ਹਾਂ, ਤੇ ਉਹ ਮੇਨ ਚੀਜ਼ ਹੈ, ਠੀਕ ਹੈ। ਵਿਲਿੰਗਨੈਸ ਜਿਹੜੀ ਹੁੰਦੀ ਹੈ, ਇੱਛਾ ਸ਼ਕਤੀ ਦੀ ਗੱਲ ਆ ਗਈ, ਹੈ ਨਾ। ਐਡਵਾਈਸ ਦੀ ਹੋ ਗਈ, ਸੁਜੈਸ਼ਨ, ਡਿਊਟੀ, ਇੰਟੈਂਸ਼ਨ, ਵਿਸ਼, ਨੈਸੈਸਿਟੀ ਐਟਸੈਟਰਾ। ਇਹ ਜਿਹੜੀਆਂ ਮਤਲਬ ਸਿਚੁਏਸ਼ਨਸ ਨੇ, ਠੀਕ ਹੈ, ਐਕਸਪ੍ਰੈਸ਼ਨਸ ਨੇ, ਇਹਨਾਂ ਨੂੰ ਜ਼ਾਹਿਰ ਕਰਨ ਲਈ ਆਪਾਂ ਮੋਡਲਸ ਨੂੰ ਯੂਜ਼ ਕਰਦੇ ਹਾਂ। ਤੇ ਜਿਹੜੇ ਕੁਝ ਕੁ ਕਾਮਨ ਮੋਡਲਸ ਆਪਾਂ ਡਿਸਕਸ ਕਰਾਂਗੇ, ਜਿਹੜੇ ਕਿ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਹੁੰਦੇ ਨੇ, ਠੀਕ ਹੈ। ਉਹਨਾਂ ਦੇ ਵਿੱਚ ਆ ਜਾਂਦਾ ਜੀ ਵਿਲ, ਵੁੱਡ, ਕੈਨ, ਕੁਡ, ਮੇ, ਮਾਈਟ, ਸ਼ੁੱਡ, ਮਸਟ, ought to, used to, need, dare। ਤਾਂ ਇਦਾਂ ਆਪਾਂ ਕੁਝ ਕੁ ਮੋਡਲਸ ਜਿਹੜੇ ਹੈਗੇ ਡਿਸਕਸ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ। ਤਾਂ ਮੇਨ ਫੀਚਰ ਉਹੀ ਗੱਲ ਆ ਗਈ, ਜਿਹੜੇ ਮੈਂ ਤੁਹਾਨੂੰ ਦੋ ਮੇਨ ਪੁਆਇੰਟ ਦੱਸੇ ਸੀ, ਕਿ ਇੱਕ ਤਾਂ ਇਹ ਜਿਹੜੇ ਹੈਗੇ ਟੈਂਸਸ ਦੇ ਵਿੱਚ ਯੂਜ਼ ਨਹੀਂ ਹੁੰਦੇ, ਪਲੱਸ ਇਹਨਾਂ ਦੇ ਨਾਲ ਕੀ ਹੈ ਜੀ, ਜ਼ਿਆਦਾਤਰ ਨਾਰਮਲੀ ਕੀ ਹੈ ਜੀ ਫਰਸਟ ਫਾਰਮ ਆਫ ਵਰਬ ਯੂਜ਼ ਹੁੰਦੀ ਹੈ, ਠੀਕ ਹੈ। ਬਟ ਇੱਕ ਕੰਡੀਸ਼ਨ ਹੋਰ ਦੱਸ ਦਿੰਦਾ ਹੈ, ਜਿਹੜਾ ਵਿਲ ਹੈ ਜੀ। ਹੁਣ ਇੱਥੇ ਤੁਸੀਂ ਕੀ ਸੋਚ ਰਹੇ ਹੋਵੋਗੇ, ਯਾਰ ਵੀ ਵਿਲ ਜਿਹੜਾ ਹੈਗਾ ਫਿਊਚਰ ਟੈਂਸ ਦੇ ਵਿੱਚ ਯੂਜ਼ ਹੁੰਦਾ ਤਾਂ ਹੈਗਾ, ਪਰ ਉੱਥੇ ਕਦੇ ਵੀ ਧਿਆਨ ਦਿਓ ਕਿ ਜਿਹੜਾ ਵਿਲ ਹੈ ਸਿਰਫ ਸਿੰਪਲ ਟੈਂਸ ਦੇ ਵਿੱਚ ਕੱਲਾ ਆਊਗਾ, ਅਦਰਵਾਈਜ਼ ਕੀ ਹੈ ਜੀ ਬਾਕੀ ਸਾਰੇ ਕਿਤੇ ਹੈਜ਼ ਹੈਵ ਯੂਜ਼ ਹੁੰਦਾ ਹੈਗਾ, ਠੀਕ ਹੈ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ। ਸੋ ਲੈਟਸ ਸਟਾਰਟ ਕਿ ਕਿਹੜੇ ਕਿਹੜੇ ਮੋਡਲਸ ਹੈਗੇ ਨੇ, ਕੀ ਉਹਨਾਂ ਦੇ ਯੂਜ਼ਸ ਨੇ। ਹੁਣ ਜਿਵੇਂ ਇਹਦੇ ਵਿੱਚ ਕੀ ਗੱਲ ਕਰਾਂਗੇ ਆਪਾਂ, ਸਭ ਤੋਂ ਪਹਿਲਾਂ ਕਿ ਜਿਹੜਾ ਵਿਲ ਹੈ, ਵਿਲ ਕਿੱਥੇ ਯੂਜ਼ ਹੁੰਦਾ। ਵਿਲ ਜਿਹੜਾ ਹੈਗਾ ਇਹ ਸਿੰਪਲ ਫਿਊਚਰ ਟੈਂਸ ਦੇ ਨਾਲ ਯੂਜ਼ ਹੁੰਦਾ ਹੈ। ਇਹਦਾ ਇੱਕੋ ਇੱਕ ਯੂਜ਼ ਹੈ, the one and only use of will is that it is used in simple future tense or future indefinite tense। simple ਨੂੰ ਆਪਾਂ indefinite ਵੀ ਕਹਿ ਦਿੰਦੇ ਆ। for example, he will get good marks, ਕਿ ਉਹ ਚੰਗੇ ਜਿਹੜੇ ਸਕੋਰ ਨੇ ਪ੍ਰਾਪਤ ਕਰੂਗਾ, ਠੀਕ ਹੈ ਜੀ। ਵਿਲ ਹੀ ਕਮ ਔਨ ਮੰਡੇ, ਕਿ ਉਹ ਸੋਮਵਾਰ ਨੂੰ ਜਾਣੀ ਕਿ ਮੰਡੇ ਨੂੰ ਆਊਗਾ, ਠੀਕ ਹੈ। ਜਿਹੜਾ ਵਿਲ ਹੈ ਇੱਥੇ ਕੀ ਹੈ ਜੀ, ਇੰਟਰੋਗੇਟਿਵ ਸੈਂਟੈਂਸ ਬਣ ਗਿਆ, ਹੈਲਪਿੰਗ ਵਰਬ ਅੱਗੇ ਆ ਗਈ। ਇਹ ਚੀਜ਼ ਦਾ ਧਿਆਨ ਰੱਖਿਓ, ਜਿਹੜਾ ਵਿਲ ਹੈ ਸਿਰਫ ਸਿੰਪਲ ਫਿਊਚਰ ਟੈਂਸ ਦੇ ਵਿੱਚ ਯੂਜ਼ ਹੁੰਦਾ ਹੈਗਾ, ਹੋਰ ਕਿਤੇ ਵੀ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਆ ਜਾਂਦਾ ਹੈ ਜੀ ਵਿਲ ਤੋਂ ਬਾਅਦ ਵੁੱਡ। ਹੁਣ ਵੁੱਡ ਦੇ ਜਿਹੜੇ ਹੈਗੇ ਨੇ ਕਾਫੀ ਯੂਜ਼ਸ ਨੇ, ਅੱਛੇ ਯੂਜ਼ਸ ਨੇ ਇਹਦੇ, ਠੀਕ ਹੈ।
आई होप कि तुहानू समझ भी आऊगा सही तरीके नाल कि इन्हां आप कित्थे कित्थे यूज कर सकते हैं। एंड ऑबवियसली यू कैन पॉलिश योर स्पीकिंग स्किल्स, राइटिंग स्किल्स, ठीक है, इन्हां नू भी पॉलिश कर सकते हो। जिहड़े कि बच्चे कॉम्पीटिटिव एग्जाम के नाल नाल सोचते ने कि मैं इंग्लिश बोलनी भी चाहुंदा, लिखनी भी चाहुंदा, समझना भी चाहुंदा हैगा, तां ओह लैक्चरस नू, वीडियो लैक्चरस जिहड़े साडे चैनल चंडीगढ़ कॉम्पीटिटिव क्लासेस ते अपलोड कीते होए ने, पूरी प्लेलिस्ट नू देख सकते। वीडियो के एंड ते प्लेलिस्ट नू असीं टैग कर देंगे जी। तो वो जो पार्ट्स ऑफ स्पीच तुसीं कवर अप कर लेने हो, यू आर एलिजिबल टू स्पीक English, you can talk in English and you can write in English, you can understand the English, ठीक है जी। तो इंग्लिश ਜਿਹੜਾ ਹੈਗਾ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ। ਸੋ ਵੁੱਡ ਤੋਂ ਸਟਾਰਟ ਕਰਦੇ ਹਾਂ। ਵੁੱਡ ਦਾ ਜਿਹੜਾ ਹੈਗਾ ਸਿੰਪਲ ਇੱਕ ਜਿਹੜਾ ਯੂਜ਼ ਆ ਜਾਂਦਾ ਸਭ ਤੋਂ ਪਹਿਲਾਂ ਕਿ ਵਿਲ ਦਾ ਪਾਸਟ ਹੈ, ਜਾਣੀ ਕਿ ਪਾਸਟ ਦੇ ਵਿੱਚ ਕੋਈ ਫਿਊਚਰ ਦੀ ਗੱਲ ਕੀਤੀ ਗਈ ਸੀ, ਜਾਣੀ ਕਿ ਉਹ ਜਿਹੜਾ ਫਿਊਚਰ ਦੀ ਗੱਲ ਕੀਤੀ ਸੀਗੀ ਉਹ ਵੀ ਪਾਸਟ ਦੇ ਵਿੱਚ ਹੀ ਚਲੀ ਗਈ। ਹੁਣ ਜਾਣੀ ਕਿ ਪੁਰਾਣੇ ਸਮੇਂ ਦੀ ਗੱਲਾਂ ਹੋ ਗਈਆਂ ਦੋਨੇ। ਫॉर एग्जाम्पल, ही टोल्ड मी दैट ही वुड हेल्प मी, कि ਉਹਨੇ ਮੈਨੂੰ ਕਿਹਾ ਸੀ, ਉਹਨੇ ਮੈਨੂੰ ਦੱਸਿਆ ਸੀ ਕਿ ਉਹ ਮੇਰੀ ਮਦਦ ਕਰੂਗਾ, ਠੀਕ ਹੈ। मतलब ਉਹਨੇ ਮੈਨੂੰ ਦੱਸਿਆ ਸੀ ਕਿ ਉਹ ਮੇਰੀ ਮਦਦ ਕਰੂਗਾ। ਪਾਸਟ ਦੀ ਗੱਲ ਹੋ ਗਈ, ਪਾਸਟ ਦੇ ਵਿੱਚ ਫਿਊਚਰ ਦੀ ਗੱਲ ਕੀਤੀ ਗਈ ਸੀ, ਠੀਕ ਹੈ ਜੀ। ਦ ਟੀਚਰ ਸੈਡ दैट ही वुड प्रेज द गुड स्टूडेंट्स, ਕਿ ਟੀਚਰ ਨੇ ਕਿਹਾ ਸੀ ਕਿ ਉਹ ਪ੍ਰੇਜ਼ ਜਾਣੀ ਕਿ ਤਾਰੀਫ, ਹੌਸਲਾ ਅਫਜ਼ਾਈ ਕਰੂਗਾ, ਬੱਚਿਆਂ ਦੀ ਤਾਰੀਫ ਜਾਣੀ ਕਿ ਉਹਨਾਂ ਨੂੰ ਪ੍ਰੇਜ਼ ਅਪਰੇਜ਼ਲ ਦਊਗਾ ਜੀ। ਕਲੀਅਰ ਹੈ, ਜਾਣੀ ਕਿ ਪਾਸਟ ਦੇ ਵਿੱਚ ਫਿਊਚਰ ਦੀ ਗੱਲ ਕੀਤੀ ਗਈ, ਧਿਆਨ ਰੱਖਿਓ ਇਸ ਚੀਜ਼ ਦਾ। ਉਸ ਤੋਂ ਬਾਅਦ ਕੋਈ ਪਾਸਟ ਦੀ ਹੈਬਿਟ ਹੋ ਗਈ। ਪਾਸਟ ਦੀ ਹੈਬਿਟ ਵਾਸਤੇ ਦੋ ਮੋਡਲਸ ਯੂਜ਼ ਕਰਦੇ ਆ, ਠੀਕ ਹੈ। ਤੇ ਜਿਹੜੀ ਇਹਦੇ ਵਾਸਤੇ ਜਿਹੜਾ ਪਹਿਲਾ ਮਾਡਲ ਹੈ ਉਹ ਹੈਗਾ ਜੀ ਵੁੱਡ ਯੂਜ਼ ਕਰਦੇ ਆ। ਜਿਹੜਾ ਸੈਕਿੰਡ ਮਾਡਲ ਆਪਾਂ ਕਿਹੜਾ ਯੂਜ਼ ਕਰਦੇ ਆ ਪਾਸਟ ਦੀ ਹੈਬਿਟ ਦੱਸਣ ਲਈ, ਉਹ ਤੁਸੀਂ ਹੁਣੇ ਅੱਗੇ ਵੀਡੀਓ 'ਚ ਜਾਣ ਤੋਂ ਪਹਿਲਾਂ ਖੁਦ ਨੂੰ ਟੈਸਟ ਕਰ ਸਕਦੇ ਹੋ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੜੀ ਜਿਹੜੀ ਹੈਗੀ ਆ ਮਾਡਲ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਪਾਸਟ ਦੀ ਹੈਬਿਟ ਵਾਸਤੇ। ਤਾਂ ਪਾਸਟ ਦੀ ਹੈਬਿਟ ਕੀ ਹੈ ਜੀ? ਹੀ ਵੁੱਡ ਗੋ ਟੂ ਟੈਂਪਲ ਐਟ ਸਨਰਾਈਜ਼, ਕਿ ਸਨਰਾਈਜ਼ ਦੇ ਟਾਈਮ ਸੂਰਜ ਉਗਣ ਦੇ ਸਮੇਂ ਉਹ ਮੰਦਿਰ ਜਾਂਦਾ ਹੁੰਦਾ ਸੀ, ਠੀਕ ਹੈ ਜੀ। ਗਾਂਧੀ ਜੀ ਵੁੱਡ ਸਪਿਨ ਐਵਰੀ ਮਾਰਨਿੰਗ। ਹੁਣ ਇੱਥੇ ਸਪਿਨ ਦਾ ਮਤਲਬ ਘੁੰਮਣਾ ਨਹੀਂ ਹੈਗਾ, ਘੁਮਾਉਣਾ ਹੈ, ਜਾਣੀ ਕਿ ਉਹ ਕੀ ਘੁਮਾਉਂਦੇ ਸੀਗੇ, ਚਰਖਾ ਕੱਤਦੇ ਹੁੰਦੇ ਸੀ। ਤਾਂ ਗਾਂਧੀ ਜੀ ਕੀ ਸੀ, ਹਰ ਸੁਬਾਹ ਚਰਖਾ ਕੱਤਦੇ ਹੁੰਦੇ ਸੀ, ਜਾਣੀ ਕਿ ਪਾਸਟ ਦੀ ਹੈਬਿਟ ਆ, ਪੁਰਾਣੀਆਂ ਗੱਲਾਂ ਹੋ ਗਈਆਂ ਨੇ ਹੁਣ ਇਹ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਪੋਲਾਈਟ ਰਿਕੁਐਸਟ ਕਰਨੀ ਆ, ਪੋਲਾਈਟ ਮਤਲਬ ਬੜੇ ਹੀ ਸਹਿਜ ਤਰੀਕੇ ਨਾਲ, ਆਰਾਮ ਨਾਲ, ਠੀਕ ਹੈ, ਇੱਜ਼ਤ ਦੇ ਨਾਲ ਜੋ ਤੁਸੀਂ ਕੋਈ ਰਿਕੁਐਸਟ ਕਰਦੇ ਹੋ, ਉੱਥੇ ਜਿਹੜਾ ਹੈਗਾ ਵੁੱਡ ਯੂਜ਼ ਹੁੰਦਾ ਹੈ। ਫॉर एग्जांपल, वुड यू प्लीज पास द सॉल्ट, ठीक है। कि वुड कित्थे यूज हो गया? मान लो कि तुसी अपने सीनियर्स ਦੇ ਨਾਲ ਜੌਬ ਤੇ ਲੰਚ ਸ਼ੇਅਰ ਕਰ ਰਹੇ ਹੋ, ਤਾਂ ਉੱਥੇ ਤੁਸੀਂ ਕਹਿ ਸਕਦੇ ਹੋ ਟੇਬਲ ਤੇ ਬੈਠੇ ਕਿ ਹਾਂਜੀ ਤੁਸੀਂ ਮੈਨੂੰ ਪਲੀਜ਼ ਕੀ ਸੌਲਟ ਜਿਹੜਾ ਹੈਗਾ ਪਾਸ ਕਰ ਦੋਗੇ। ਆਰਾਮ ਨਾਲ ਹੀ ਬੋਲੋਗੇ, ਹੁਕਮ ਤਾਂ ਨਹੀਂ ਝਾੜੋਗੇ ਆਪਦੇ ਤੋਂ ਵੱਡਿਆਂ ਤੇ ਕਿ ਹਾਂ ਓਏ ਨਮਕ ਇੱਧਰ ਦੇ। ਸੋ ਦੈਟ ਵਿਲ ਬੀ ਰੋਂਗ। पोलाइट रिक्वेस्ट वास्ते हमेशा वुड यूज होगा। फॉर एग्जाम्पल, वुड यू प्लीज लैंड मी योर स्कूटर। लैंड का मतलब होता है जी उधार देना, ठीक है जी। उधार जो आप लैने ਉਹਦਾ मतलब की है जी लैंड इंग्लिश ਦੇ ਵਿੱਚ, ठीक है। ਹੁਣ ऑब्वियस जी गल है, ਜਦੋਂ ਆਪਾਂ ਨੂੰ ਕਿਸੇ ਤੋਂ ਵਹੀਕਲ ਦੀ ਲੋੜ ਹੈ, ਅੱਜ ਕੱਲ ਵੈਸੇ ਕਾਫੀ ਪੈ ਜਾਂਦੀ ਹੈ, ਕਈ ਵਾਰੀ ਸਿਚੁਏਸ਼ਨ ਇਦਾਂ ਦੀ ਬਣ ਵੀ ਜਾਂਦੀ ਹੈ, ਤਾਂ ਜਦੋਂ ਵਹੀਕਲ ਦੀ ਲੋੜ ਆ ਆਪਾਂ ਆਰਾਮ ਨਾਲ ਹੀ ਗੱਲ ਕਰਾਂਗੇ। ਔਖੇ ਭਰੇ ਹੋਵਾਂਗੇ ਤਾਂ ਚਾਂਸ ਘਟ ਜਾਂਦੇ ਨੇ ਹਨਾ ਵਹੀਕਲ ਲੈਣ ਵਾਸਤੇ। ਤਾਂ ਤੁਸੀਂ ਪਿਆਰ ਨਾਲ ਕੀ ਪੁੱਛੋਗੇ ਜੀ ਕਿ ਤੁਸੀਂ ਪਲੀਜ਼ ਮੈਨੂੰ ਆਪਣਾ ਸਕੂਟਰ ਉਧਾਰਾ ਦੇ ਸਕਦੇ ਹੋ, ਆਈ ਨੀਡ ਇਟ। ਕਲੀਅਰ? ਉਸ ਤੋਂ ਬਾਅਦ ਆ ਜਾਂਦਾ ਜੀ ਕਿ ਜਦੋਂ ਆਪਾਂ ਕਿਸੇ ਅਨਰੀਅਲ ਕੰਡੀਸ਼ਨ ਦੀ ਗੱਲ ਕਰ ਰਹੇ ਹਾਂ। ਅਨਰੀਅਲ ਮਤਲਬ ਜਿਹੜੀ ਕਿ ਸਿਰਫ ਸੋਚਾਂ ਦੇ ਵਿੱਚ ਹੋ ਸਕੇ, ਗੱਲਾਂ ਦੇ ਵਿੱਚ ਹੋ ਸਕੇ, ਅਸਲੀਅਤ 'ਚ ਨਾ ਹੋਵੇ। ਅਨਰੀਅਲ, ਰੀਅਲ ਮਤਲਬ ਅਸਲੀਅਤ 'ਚ, ਤੇ ਅਨਰੀਅਲ ਅਸਲੀਅਤ 'ਚ ਨਾ ਹੋਣਾ। ਫॉर एग्जाम्पल, ਵੁੱਡ ਦੈਟ ਆਵਰ ਅ ਚਾਈਲਡ ਅਗੇਨ, ਕਿ ਕਾਸ਼ ਕਿਤੇ ਮੈਂ ਫਿਰ ਤੋਂ ਬੱਚਾ ਬਣ ਜਾਵਾਂ, ਠੀਕ ਹੈ। ਤਾਂ ਵੁੱਡ ਇੱਥੇ ਕੀ ਹੈ ਜੀ, ਫਸਟ ਸੈਂਟੈਂਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਆ ਗਿਆ, ਪਲੱਸ ਐਕਸਕਲੇਮੇਸ਼ਨ ਸਾਈਨ ਆ ਗਿਆ ਜੀ ਨਾਲ, ठीक है। वुड दैट आवर केयरफुल इन दिस मैटर, काश मैं इस मसले दे विच ध्यान रखिया हुंदा, मैं कोई गलती ना कीती हुंदी। क्लियर है जी। उस तो बाद
ਆ ਜਾਂਦੀ ਹੈ ਜੀ ਜਦੋਂ ਕਿਸੇ ਪ੍ਰੈਫਰੈਂਸ ਦੀ ਗੱਲ ਹੋਵੇ। ਪ੍ਰੈਫਰੈਂਸ ਜਦੋਂ ਤੁਸੀਂ ਕਿਸੇ ਚੀਜ਼ ਨੂੰ ਤਰਜੀਹ ਦੇ ਰਹੇ ਹੋ ਕਿ ਹਾਂ ਮੇਰੀ ਤਰਜੀਹ ਆ ਚੀਜ਼ ਨੂੰ ਹੈ ਇਹਦੇ ਮੁਕਾਬਲੇ। ਫॉर एग्जांपल I would rather die than beg। ਭੀਖ ਮੰਗਣ ਨਾਲੋਂ ਚੰਗਾ ਕਿ ਮੈਂ ਮਰ ਜਾਵਾਂ। ਠੀਕ ਹੈ ਜੀ, ਕਿ ਭੀਖ ਮੰਗਣ ਨਾਲੋਂ ਚੰਗਾ ਕਿ ਮੈਂ ਮਰ ਜਾਵਾਂ। ਠੀਕ ਹੈ, ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਮॉडल कैन दी। याद रखो अपने दो मॉडल्स हो चुके ने जी, विल, वुड। नाउ वी विल टॉक अबाउट कैन। कैन जे तुसी सुनिया होवे आपां यूज कर लेने भी मैं कर सकदा। की आ जांदी है जी, एबिलिटी जां फिर कोई पावर जिहड़ी कि प्रेजेंट दे विच होवे। फॉर एग्जांपल आई कैन solve this difficult sum। I can solve this difficult sum। मैं ये मुश्किल सवाल हल कर सकता हाँ। A principal can dismiss a peon। कि ਜਿਹੜਾ ਪ੍ਰਿੰਸੀਪਲ ਹੈ ਇੱਕ ਚਪੜਾਸੀ ਨੂੰ ਨੌਕਰੀ ਤੋਂ ਕੱਢ ਸਕਦਾ ਹੈ। ਆ ਤਾਂ ਹੋ ਗਈ ਤੁਹਾਡੀ ਸ਼ਮਤਾ, ਤੁਹਾਡੀ ਐਬਿਲਿਟੀ। ਤੇ ਆ ਕੀ ਹੋ ਗਿਆ ਜੀ, ਪਾਵਰ। ਉਹਦੇ ਕੋਲ ਪਾਵਰ ਹੈ ਜੀ, ਉਹ ਪਿਓਨ ਨੂੰ ਕੱਢ ਸਕਦਾ ਹੈਗਾ, ਚਪੜਾਸੀ ਨੂੰ ਨੌਕਰੀ ਤੋਂ ਬਰਖਾਸਤ ਕਰ ਸਕਦਾ। ਕਲੀਅਰ। ਉਸ ਤੋਂ ਬਾਅਦ ਹੁਣ ਗੱਲ ਸ਼ੁਰੂ ਹੋ ਗਈ ਜੀ ਪੋਸੀਬਿਲਿਟੀ ਦੀ। ਪੋਸੀਬਿਲਿਟੀ ਮੈਂ ਤੁਹਾਨੂੰ ਦੱਸਿਆ ਸੀ, ਪੋਸੀਬਿਲਿਟੀ ਛੱਡਿਓ ਨਾ। ਪੋਸੀਬਿਲਿਟੀ ਘੱਟੋ ਘੱਟ ਨਹੀਂ ਤਾਂ ਤੁਹਾਡੇ 4 to 5 ਮॉडल्स ਜਿਹੜੇ ਹੈਗੇ ਨੇ ਯੂਜ਼ ਹੋਣਗੇ ਪੋਸੀਬਿਲਿਟੀ ਵਾਸਤੇ। ਸ਼ੁਰੂ ਕਰਦੇ ਹਾਂ ਇੱਥੋਂ ਕਿ ਪੋਸੀਬਿਲਿਟੀ ਵਾਸਤੇ ਇਹਨੂੰ ਕੈਨ ਨੂੰ ਕਿਵੇਂ ਯੂਜ਼ ਕਰ ਸਕਦੇ ਆ। ਦੇਖੋ, ਹੀ ਕੈਨ ਕਮ ਟੁਡੇ, ਕਿ ਉਹ ਅੱਜ ਆ ਸਕਦਾ ਹੈ। ਕਾਰਨ ਇੱਥੇ ਪੋਸੀਬਿਲਿਟੀ ਵਾਸਤੇ ਆਪਾਂ ਕੈਨ ਨੂੰ ਕਿਉਂ ਯੂਜ਼ ਕਰਦੇ ਹੈਗੇ ਕਿ ਜਦੋਂ ਤੁਹਾਨੂੰ ਪਤਾ ਹੈ ਵੀ ਇਨਫਲੂਐਂਸਿੰਗ ਫੈਕਟਰ ਜਿਹੜਾ ਹੈਗਾ ਕਿ ਆਹ ਚੀਜ਼ ਜੇ ਹੋਊਗੀ ਤਾਂ ਨਾਲ ਆ ਵੀ ਕੰਮ ਹੋ ਜਾਊਗਾ। ਕਿ ਤੁਹਾਨੂੰ ਪਤਾ ਹੈ ਜਦੋਂ ਤੁਹਾਡਾ ਦੋਸਤ ਤੁਹਾਡੇ ਸ਼ਹਿਰ ਦੇ ਵਿੱਚ ਆਉਂਦਾ ਹੈ ਤਾਂ ਤੁਹਾਡੇ ਕੋਲ ਜ਼ਰੂਰ ਆਉਂਦਾ ਹੈ, ਤੇ ਅੱਜ ਤੁਹਾਨੂੰ ਕੀ ਪਤਾ ਲੱਗਿਆ ਕਿ ਉਹ ਅੱਜ ਸ਼ਹਿਰ ਦੇ ਵਿੱਚ ਆਊਗਾ, ਤਾਂ ਤੁਸੀਂ ਕੀ ਕਹਿੰਦਾ ਪੂਰੀ ਸੰਭਾਵਨਾ ਹੈਗੀ, ਪੋਸੀਬਿਲਿਟੀ ਕਿ ਉਹ ਆ ਸਕਦਾ ਅੱਜ। ਸੋ ਹੀ ਕੈਨ ਕਮ ਟੂਡੇ। ਐਨੀਵਨ ਕੈਨ ਸਲਿਪ ਫਰੋਮ ਹੇਅਰ, ਕਿ ਇੱਥੋਂ ਕੋਈ ਵੀ ਸਲਿਪ ਕਰ ਸਕਦਾ ਹੈ। ਜਦੋਂ ਪਤਾ ਹੈ ਕਿ ਪੱਥਰ ਲੱਗਿਆ ਹੋਇਆ, ਪਾਲਿਸ਼ ਹੋਈ ਵੀ ਹੈ ਉਹਦੀ, ਤਾਂ ਉਹ ਸਲਿਪਰੀ ਹੋ ਗਿਆ। ਤੇ ਜੇ ਕੋਈ ਉੱਥੇ ਭੱਜੂਗਾ ਜਾਂ ਗਲਤ ਤਰੀਕੇ ਨਾਲ ਤੁਰੂਗਾ ਤਾਂ ਉਹ ਸਲਿਪ ਕਰ ਸਕਦਾ। ਸੋ ਉੱਥੋਂ ਹਰ ਕੋਈ ਵੀ ਸਲਿਪ ਕਰ ਸਕਦਾ। ਇਹ ਵੀ ਇੱਕ ਸੰਭਾਵਨਾ ਵਿਅਕਤ ਕਰਤੀ ਉਹਨਾਂ ਨੇ, ਇੱਕ ਪੋਸੀਬਿਲਿਟੀ ਦੀ ਗੱਲ ਕਰਤੀ। ਉਸ ਤੋਂ ਬਾਅਦ ਜਿਹੜੇ ਆ ਜਾਂਦੇ ਜੀ ਆਪਣੇ ਕੋਲੇ ਕੈਨ ਦੇ ਜਿਹੜੇ ਯੂਜ਼ ਆ ਜਾਂਦੇ ਨੇ ਬਾਕੀ ਦੇ, ਉਹਦੇ ਵਿੱਚ ਆ ਜਾਂਦਾ ਜੀ ਜਦੋਂ ਆਪਾਂ ਕੋਈ ਪਰਮਿਸ਼ਨ ਲੈਣੀ ਹੋਵੇ। ਹੁਣ ਪਰਮਿਸ਼ਨ ਵਾਸਤੇ ਇੱਕ ਮॉडल ਹੋਰ ਯੂਜ਼ ਹੁੰਦਾ ਹੈਗਾ, ਹੁਣੇ ਕਮੈਂਟ ਕਰ ਦਿਓ ਉਹ ਕਿ ਕਿਹੜਾ ਮॉडल ਹੁੰਦਾ। ਤਾਂ ਪਰਮਿਸ਼ਨ ਵਾਸਤੇ ਜਾਂ ਪਰਮਿਸ਼ਨ ਲੈਣ ਵਾਸਤੇ ਜਾਂ ਪਰਮਿਸ਼ਨ ਦੇਣ ਵਾਸਤੇ ਆਪਾਂ ਕੈਨ ਯੂਜ਼ ਕਰ ਸਕਦੇ ਹਾਂ। ਕਦੋਂ ਕਰ ਸਕਦੇ ਹਾਂ? ਜਦੋਂ ਤੁਸੀਂ ਇਨਫੋਰਮਲੀ ਟਾਕ ਕਰ ਰਹੇ ਹੋ ਕਿਸੇ ਨਾਲ, ਇਨਫੋਰਮਲ ਵੇ ਦੇ ਵਿੱਚ ਗੱਲ ਕਰ ਰਹੇ ਹੋ, ਪਲੱਸ ਤੁਸੀਂ ਜਿਹੜਾ ਹੈਗਾ ਕਿ ਉੱਥੇ ਆਪਦੇ ਹਮ ਉਮਰ ਨੂੰ ਕਹਿ ਸਕਦੇ ਹੋ ਜਾਂ ਆਪਦੇ ਤੋਂ ਛੋਟੇ ਨੂੰ ਕੈਨ ਯੂਜ਼ ਕਰ ਸਕਦੇ ਹੋ। ਫॉर एग्जांपल ਯੂ ਕੈਨ ਸਲੀਪ ਹੇਅਰ। ਹੁਣ ਇੱਥੇ ਜੇ ਮੈਂ ਐਗਜ਼ਾਮਪਲ ਦੇ ਦਾਂ ਕਿ ਮੈਂ ਆਪਦੇ ਦੋਸਤ ਕੋਲ ਗਿਆ ਤੇ ਮੈਂ ਥੱਕਿਆ ਹੋਇਆ ਫੀਲ ਕਰ ਰਿਹਾ ਤਾਂ ਮੈਂ ਉਹਨੂੰ ਪੁੱਛ ਰਿਹਾ ਕਿ ਕੈਨ ਆਈ ਸਲੀਪ ਹੇਅਰ, ਤਾਂ ਉਹਨੇ ਮੈਨੂੰ ਪਰਮਿਸ਼ਨ ਦੇਤੀ ਜੀ। ਮੈਂ ਪਰਮਿਸ਼ਨ ਵੀ ਕੈਨ ਦੇ ਨਾਲ ਮੰਗੀ ਤੇ ਪਰਮਿਸ਼ਨ ਉਹਨੇ ਦਿੱਤੀ ਵੀ ਕੈਨ ਦੇ ਨਾਲ ਕਿ ਯੈਸ ਯੂ ਕੈਨ ਸਲੀਪ ਹੇਅਰ। ਉਸ ਤੋਂ ਬਾਅਦ ਯੂ ਕੈਨ ਨਾਟ ਸਟੇ ਹੇਅਰ ਐਨੀ ਲੌਂਗਰ। ਹੁਣ ਉਸੇ ਦੋਸਤ ਕੋਲੇ ਮੈਨੂੰ 10 ਦਿਨ ਹੋ ਗਏ ਸੀ ਰਹਿੰਦੇ ਨੂੰ, ਅਗਲਾ ਕਹਿੰਦਾ ਹੁਣ ਤਾਂ ਸ਼ਮੀ ਸ਼ਰਮ ਲਾ ਲਈ, ਕਹਿੰਦਾ ਚਲੋ ਜੀ ਬਹੁਤ ਆ, ਹੁਣ ਨਹੀਂ ਤੁਸੀਂ ਮੇਰੇ ਕੋਲ ਰਹਿ ਸਕਦੇ, ਤਾਂ ਨਾਲ ਨੋਟ ਲਗਾਤਾ। ਯੂ ਕੈਨ ਨਾਟ ਸਟੇ ਹੇਅਰ ਐਨੀ ਲੌਂਗਰ, ਤੋਂ ਹੁਣ ਇਸ ਤੋਂ ਵੱਧ ਨਹੀਂ ਮੇਰੇ ਕੋਲ ਰਹਿ ਸਕਦਾ ਭਾਈ, ਬਹੁਤ ਹੋ ਗਿਆ, ਆ ਜੋੜੇ ਹੱਥ ਤੇ ਚਲੋ ਆਪਦੇ ਘਰ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੇ ਜੀ ਕੋਈ ਨੇਚਰ ਜਾਂ ਹੈਬਿਟ ਨੂੰ ਐਕਸਪ੍ਰੈਸ ਕਰਨਾ ਹੋਵੇ। ਜਦੋਂ ਆਪਾਂ ਨੂੰ ਕਿਸੇ ਦਾ ਪਤਾ ਹੁੰਦਾ ਵੀ ਉਹਦੇ ਆਦਤਾਂ ਹੀ ਇਹੋ ਜਿਹੀਆਂ, ਉਹਦੀ ਜਿਹੜੀ ਨੇਚਰ ਹੈ ਜਿਹੜੀ ਉਹ ਇਦਾਂ ਦੀ ਹੈ, ਵਿਵਹਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹੋ ਜਿਹਾ ਹੀ ਹੈ, ਤਾਂ ਉੱਥੇ ਵੀ ਕੈਨ ਯੂਜ਼ ਕਰਦੇ ਹਾਂ। ਫॉर एग्जांपल ਦੇ ਕੈਨ ਇਨਸਲਟ ਯੂ, ਕਿ ਉਹ ਤੇਰੀ ਇਨਸਲਟ ਕਰ ਸਕਦੇ ਨੇ। ਜਦੋਂ ਪਤਾ ਵੀ ਉਹ ਜਿਹੜੇ 4 ਫਰੈਂਡਸ ਦਾ ਗਰੁੱਪ ਹੈਗੇ ਉਹ ਹਰੇਕ ਦੀ ਬੇਇੱਜ਼ਤੀ ਕਰਦੇ ਨੇ, ਤਾਂ ਆਪਾਂ ਨੂੰ ਪਤਾ ਵੀ ਬੇਇੱਜ਼ਤੀ ਕਰਦੇ ਨੇ, ਸੋ ਦੇ ਕੈਨ ਇਨਸਲਟ ਯੂ। ਇੱਕ ਵੀਡੀਓ ਦੇ ਵਿੱਚ ਮੈਂ ਹੋਰ ਚੀਜ਼ ਕਹਿ ਦੇਣਾ, ਤੁਹਾਨੂੰ ਇੱਕ ਕੁਐਸਚਨ ਦੇ ਰਿਹਾ ਕਿ ਹੀ ਕੈਨ ਬਲਫ ਯੂ ਐਟ ਐਨੀ ਟਾਈਮ। ਤਾਂ ਇਹ ਤੁਹਾਡਾ ਕੁਐਸਚਨ ਹੈ ਜੀ, ਇਹਦਾ ਜਿਹੜਾ ਮੀਨਿੰਗ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਇਹਦਾ ਮਤਲਬ ਕੀ ਹੈ। ਧਿਆਨ ਨਾਲ ਇਸ ਕੁਐਸਚਨ ਨੂੰ ਸਮਝ ਲਿਓ ਕਿ ਹੀ ਕੈਨ ਬਲਫ ਯੂ ਐਟ ਐਨੀ ਟਾਈਮ। ਕਲੀਅਰ ਹੈ ਜੀ।
ਸੋ ਇਹ ਚੀਜ਼ ਦਾ ਮੈਨੂੰ ਮਤਲਬ ਤੁਸੀਂ ਦੱਸਣਾ ਹੈਗਾ। ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਅਗਲਾ ਮੋਡਲ, ਦੈਟ ਇਜ਼ ਕੁਡ। ਜਿਹੜਾ ਮੋਡਲ ਕੁਡ ਹੈ ਜੀ, ਇੱਕ ਚੀਜ਼ ਜਿਵੇਂ ਵਿਲ ਦਾ ਵੁੱਡ ਬਣ ਗਿਆ, ਕੈਨ ਦਾ ਕੁਡ ਬਣ ਗਿਆ। ਸੋ ਇੱਥੇ ਕੀ ਹੈ ਜੀ, ਕੈਨ ਦਾ ਇਹ ਪਾਸਟ ਬਣ ਗਿਆ, ਸਿੰਗਲ ਯੂਜ਼ ਜਿਹੜਾ ਆ ਗਿਆ, ਕੈਨ ਦਾ ਪਾਸਟ ਹੈ। ਫੋਰ ਐਗਜ਼ਾਮਪਲ, ਸ਼ੀ ਆਸਕਡ ਮੀ ਇਫ ਆਈ ਕੁਡ ਟੀਚ ਹਰ। ਉਹਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਉਹਨੂੰ ਟੀਚ ਕਰ ਸਕਦਾ, ਪੜ੍ਹਾ ਸਕਦਾ, ਠੀਕ ਹੈ। ਤਾਂ ਇੱਥੇ ਵੀ ਉਹਨੇ ਮੇਰੀ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਠੀਕ ਹੈ, ਜਾਂ ਮੇਰੇ ਤੋਂ ਪੁੱਛਿਆ, ਮੇਰੀ ਐਬਿਲਿਟੀ ਦੀ ਗੱਲ ਹੋ ਗਈ। ਰਮੇਸ਼ ਟੋਲਡ ਮੀ ਥੈਟ ਹੀ ਕੁਡ ਸੋਲਵ ਦੈਟ ਸਮ, ਕਿ ਰਮੇਸ਼ ਨੇ ਕਿਹਾ ਸੀ ਕਿ ਉਹ ਸਮ ਸੋਲਵ ਕਰ ਸਕਦਾ ਸੀਗਾ, ਕਿ ਰਮੇਸ਼ ਨੇ ਕਿਹਾ ਸੀ ਕਿ ਉਹ ਸਮ ਸੋਲਵ ਕਰ ਸਕਦਾ ਸੀ, ਯਾਨੀ ਕਿ ਗੱਲ ਹੋ ਗਈ ਪਾਸਟ ਦੀ। ਉਸ ਤੋਂ ਬਾਅਦ ਐਬਿਲਿਟੀ ਹੋ ਗਈ ਜਿਹੜੀ ਪਾਸਟ ਦੀ, ਉਹਨੂੰ ਐਕਸਪ੍ਰੈਸ ਕਰਨਾ। ਪਾਸਟ ਦੇ ਵਿੱਚ ਜਦੋਂ ਐਬਿਲਿਟੀ ਚਲੀ ਜਾਵੇ, ਫॉर ਐਗਜ਼ਾਮਪਲ ਹੀ ਕੁਡ ਰਨ ਫਾਸਟ, ਕਦੋਂ, ਵੈਨ ਹੀ ਵਾਜ਼ ਯੰਗ, ਜਦੋਂ ਉਹ ਜਵਾਨ ਹੁੰਦਾ ਸੀ ਉਦੋਂ ਉਹ ਤੇਜ਼ ਭੱਜ ਸਕਦਾ ਸੀ, ਠੀਕ ਹੈ। ਤਾਂ ਮਤਲਬ ਗੱਲਾਂ ਜਵਾਨੀ ਦੀਆਂ ਹੋ ਗਈਆਂ, ਪੁਰਾਣੇ ਸਮੇਂ ਦੀਆਂ ਹੋ ਗਈਆਂ, ਪੁਰਾਣੀ ਆਦਤਾਂ ਦੀਆਂ ਹੋ ਗਈਆਂ, ਠੀਕ ਹੈ। ਇੱਥੇ ਇੱਕ ਚੀਜ਼ ਹੋਰ ਆ ਗਈ ਕਿ ਦ ਪੇਸ਼ੈਂਟ ਟਰਾਈਡ ਟੂ ਸਪੀਕ ਬਟ ਕੁਡ ਨਾਟ, ਕਿ ਪੇਸ਼ੈਂਟ ਨੇ ਬੋਲਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਬੋਲ ਨਹੀਂ ਸਕਿਆ। ਉਹਦੀ ਐਬਿਲਿਟੀ ਦੀ ਗੱਲ ਹੋ ਗਈ, ਬਟ ਨੈਗੇਟਿਵ ਵੇ ਦੇ ਵਿੱਚ ਉਹ ਕਰ ਨਹੀਂ ਸਕਿਆ, ਠੀਕ ਹੈ। he lost his purse so he could not purchase a gift for me, ਕਹਿੰਦਾ ਉਹਦਾ ਪਰਸ ਜਿਹੜਾ ਸੀਗਾ ਉਹ ਗਵਾਚ ਗਿਆ ਸੀ, ਸੋ ਇਸ ਕਰਕੇ ਉਹ ਮੇਰੇ ਲਈ ਕੋਈ ਗਿਫਟ ਨਾ ਖਰੀਦ ਸਕਿਆ। ਬੜੇ ਦੁੱਖ ਦੀ ਗੱਲ ਹੈ ਜੀ, ਜਦੋਂ ਉਹਨੂੰ ਤਾਂ ਦੁੱਖ ਹੋਇਆ ਹੀ ਹੋਇਆ, ਆਪ ਨੂੰ ਵੀ ਹੋ ਜਾਂਦਾ ਯਾਰ ਗਿਫਟ ਵੀ ਗਿਆ ਯਾਰ। ਚਲੋ ਕੋਈ ਗੱਲ ਨਹੀਂ, ਚੱਲਦਾ ਹੀ ਰਹਿੰਦਾ, ਦੁਨੀਆਦਾਰੀ ਹੈ। ਉਸ ਤੋਂ ਬਾਅਦ ਪੋਸੀਬਿਲਿਟੀ ਦੀ ਗੱਲ ਕਰੀਏ, ਪਾਸਟ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਜੇ ਕੈਨ ਦਾ ਕੁਡ ਬਣ ਗਿਆ ਤਾਂ ਸਾਰਾ ਹੀ ਪਾਸਟ ਦੇ ਵਿੱਚ ਚਲਾ ਜਾਣਾ ਹੈਗਾ, ਕਿ ਇਫ ਹੀ ਹੈਡ ਮਨੀ, ਪੋਸੀਬਿਲਿਟੀ ਫੇਰ ਆ ਗਈ ਕਿ ਹੋ ਸਕਦਾ ਸੀ। ਹੀ ਕੁਡ ਬਾਏ ਅ ਕਾਰ, ਵੀ ਜੇ ਉਹਦੇ ਕੋਲੇ ਪੈਸਾ ਹੁੰਦਾ ਤਾਂ ਉਹ ਕਾਰ ਖਰੀਦ ਚੁੱਕਾ ਹੁੰਦਾ, ਠੀਕ ਹੈ ਜੀ। ਜੇ ਉਹਦੇ ਕੋਲ ਪੈਸਾ ਹੁੰਦਾ ਨਾ ਤਾਂ ਕਾਰ ਖਰੀਦ ਚੁੱਕਾ ਹੁੰਦਾ। ਹੀ ਕੁਡ ਰਾਈਟ ਅ ਗੁੱਡ ਪੋਇਮ ਇਫ ਹੀ ਡਿਜ਼ਾਇਰਡ, ਜੇ ਉਹਨੇ ਚਾਹਿਆ ਹੁੰਦਾ ਤਾਂ ਉਹ ਇੱਕ ਅੱਛੀ ਪੋਇਮ ਲਿਖ ਲੈਂਦਾ। ਮਤਲਬ ਪੋਸੀਬਿਲਿਟੀ ਦੀ ਗੱਲ ਹੋ ਗਈ, ਸੰਭਾਵਨਾ ਦੀ ਗੱਲ ਹੋ ਗਈ ਕਿ ਇਹ ਚੀਜ਼ ਹੋ ਸਕਦੀ ਸੀ। ਸੋ ਟੁਡੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ 4 ਮੋਡਲਸ ਜਿਹੜੇ ਹੈਗੇ ਉਹ ਕਵਰ ਅਪ ਕੀਤੇ ਨੇ। ਨੈਕਸਟ ਮੋਡਲਸ ਦੇ ਲਈ ਬਣੇ ਰਹੋ ਸਾਡੇ ਚੈਨਲ ਚੰਡੀਗੜ੍ਹ ਕੰਪੀਟੀਟਿਵ ਕਲਾਸਿਸ ਤੇ। ਨੈਕਸਟ ਵੀਡੀਓਜ਼ ਦੇ ਵਿੱਚ ਅਗਲੇ ਮੋਡਲਸ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਕੋਈ ਵੀ ਕਨਫਿਊਜ਼ਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਪੂਰਾ ਕੋਰਸ ਵੀ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਜੌਬਸ ਜਿਹੜੀਆਂ ਹੈਗੀਆਂ ਨੇ, ਹੈ ਨਾ, ਗਵਰਨਮੈਂਟ ਜੌਬਸ ਜਿਹੜੀਆਂ ਹੈਗੀਆਂ ਉਹਨਾਂ ਦਾ ਕੀ ਐਲਾਨ ਹੋ ਚੁੱਕਿਆ ਹੈ ਨਾ ਹੁਣ, ਤਾਂ ਨਵੀਂ ਸਰਕਾਰ ਹੈ, ਨਵੇਂ ਐਲਾਨ ਨੇ, ਤਾਂ ਉਹਨਾਂ ਦੀ ਜੇ ਤੁਸੀਂ ਕੋਰਸ ਪੈਕ ਲੈਣਾ ਚਾਹੁੰਦੇ ਹੋ, ਕਲਾਸਿਸ ਲਗਾਉਣਾ ਚਾਹੁੰਦੇ ਹੋ ਜਾਂ ਮਟੀਰੀਅਲ ਚਾਹੁੰਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ, ਜਾਂ ਸਾਡੇ ਆਫਿਸ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਅਜੀਤ ਰੋਡ ਬਠਿੰਡਾ ਤੇ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ। ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।